ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਚੀਜ਼ ਸ਼ੇਅਰ ਕਰਨੀ ਚਾਹੁੰਦਾ ਹਾਂ ਕਿ ਆਮ ਤੌਰ ਦੇ ਵਿੱਚ ਜਦੋਂ ਘਰਾਂ ਦੇ ਵਿੱਚ ਸਾਡੇ ਬੱਚੇ ਕੋਈ ਅੱਛਾ ਪਰਫਾਰਮ ਨਹੀਂ ਕਰ ਪਾਉਂਦੇ ਜਾਂ ਕੋਈ ਚੀਜ਼ ਅਸੀਂ ਜਿਹੜੀ ਉਹਨਾਂ ਨੂੰ ਸਿਖਾਉਂਦੇ ਹਾਂ ਅਤੇ ਉਹ ਬਾਰ-ਬਾਰ ਉਹੀ ਮਿਸਟੇਕ ਜਿਹੜੀ ਹੈ ਕਰਦੇ ਆ ਅਤੇ ਆਮ ਤੌਰ ਦੇ ਉੱਤੇ ਅਸੀਂ ਕੁਝ ਸ਼ਬਦ ਯੂਜ਼ ਕਰਦੇ ਹਾਂ ਜਿਹੜੇ ਕਿ ਸਾਨੂੰ ਨਹੀਂ ਕਰਨੇ ਚਾਹੀਦੇ ਅਤੇ ਉਹ ਕਿਉਂ ਨਹੀਂ ਕਰਨੇ ਚਾਹੀਦੇ ਉਹਦਾ ਰੀਜ਼ਨ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਅਤੇ ਕੁਝ ਐਗਜ਼ਾਮਪਲਸ ਸ਼ੇਅਰ ਕਰਾਂਗਾ ਵੀ ਉਹਨਾਂ ਦਾ ਇੰਪੈਕਟ ਬੱਚੇ ਦੇ ਉੱਤੇ ਕੀ ਹੋ ਸਕਦਾ ਲੌਂਗ ਟਰਮ ਦੇ ਵਿੱਚ ਉਹ ਕਿਹੜਾ ਰੂਪ ਲੈ ਸਕਦੀਆਂ ਨੇ ਸਾਡੀਆਂ ਗੱਲਾਂ। ਪਰ ਆਪਾਂ ਉਹਨਾਂ ਨੂੰ ਇੰਨੀ ਅਹਿਮੀਅਤ ਨਹੀਂ ਦਿੰਦੇ, ਇੰਨੀ ਮਹੱਤਤਾ ਨਹੀਂ ਦਿੰਦੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਇਹਦੇ ਫਾਇਦੇ ਲਈ ਕਹਿ ਰਿਹਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਸਾਨੂੰ ਬੱਚਿਆਂ ਨੂੰ ਡਾਂਟਣਾ ਵੀ ਪਏਗਾ, ਸਾਨੂੰ ਉਹਨਾਂ ਨੂੰ ਸ਼ਾਇਦ ਮਾਰਨਾ ਵੀ ਪਵੇ ਕਿਸੇ ਹੱਦ ਤੱਕ ਜਾ ਕੇ, ਬਟ ਕੁਛ ਗੱਲਾਂ ਅਵੋਇਡ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਲੌਂਗ ਟਰਮ ਇੰਪੈਕਟ ਰੱਖਦੀਆਂ ਨੇ, ਜਿਹਦੇ ਨਾਲ ਉਹਨਾਂ ਦੀ ਐਫੀਕੇਸੀ ਇੰਪੈਕਟ ਕਰੇਗੀ, ਜਿਹਦੇ ਨਾਲ ਉਹਨਾਂ ਦੀ ਪਰਸਨੈਲਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਇੰਪੈਕਟ ਹੁੰਦੀ ਹੈ ਅਤੇ ਜਿਹਦੇ ਨਾਲ ਉਹ ਇੱਕ ਬਿਲਕੁਲ ਹੀ ਇੰਟਾਇਰਲੀ ਡਿਫਰੈਂਟ ਇੰਡੀਵਿਜੂਅਲ ਬਣ ਸਕਦੇ ਨੇ ਸਿਰਫ ਸਾਡੇ ਕੁਛ ਚੂਜ਼ ਕੀਤੇ ਹੋਏ ਵਰਡਸ ਦੇ ਨਾਲ ਹੀ। ਅਤੇ ਉਹਦਾ ਸਾਈਕੋਲੋਜੀ ਦੇ ਵਿੱਚ ਕੁਛ ਐਗਜ਼ਾਮਪਲਸ ਨੇ ਜਿਹੜੇ ਰਿਸਰਚਰਸ ਨੇ ਉਹਨਾਂ ਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸੋ ਜਦੋਂ ਵੀ ਕੋਈ ਬੱਚਾ ਘਰ ਦੇ ਵਿੱਚ ਨਹੀਂ ਪੜ੍ਹਦਾ ਅਤੇ ਅਸੀਂ ਆਮ ਤੌਰ ਦੇ ਉੱਤੇ ਇਹੋ ਕਹਿੰਦੇ ਹਾਂ ਕਿ ਤੇਰਾ ਦਿਮਾਗ ਮੋਟਾ ਆ, ਤੂੰ ਪੜ੍ਹਦਾ ਨਹੀਂ ਹੈਗਾ, ਤੂੰ ਨਿਕੰਮਾ ਆ, ਤੈਨੂੰ ਆਉਂਦਾ ਨਹੀਂ ਹੈਗਾ ਛੇਤੀ। ਸੋ ਇਹ ਗੱਲਾਂ ਬੇਸਿਕਲੀ ਅਸੀਂ ਉਹਨੂੰ ਫੀਡ ਕਰ ਰਹੇ ਹਾਂ, ਉਹਦੇ ਮਾਇੰਡ ਨੂੰ ਫੀਡ ਕਰਦੇ ਪਏ ਹਾਂ। ਅਤੇ ਦੋ ਮਾਇੰਡਸ ਕੌਨਸ਼ੀਅਸ ਐਂਡ ਸਬਕੌਨਸ਼ੀਅਸ ਮਾਇੰਡ ਆ, ਅਤੇ ਜਦੋਂ ਵੀ ਕੋਈ ਸਾਡੀ ਕਹੀ ਗੱਲ ਜਿਹੜੀ ਆ ਬੱਚੇ ਦੇ ਸਬਕੌਨਸ਼ੀਅਸ ਮਾਇੰਡ ਦੇ ਵਿੱਚ ਜਾਏਗੀ ਅਤੇ ਤੁਸੀਂ ਇਹ ਮੰਨੋ ਕਿ ਉਹ ਲੌਂਗ ਟਰਮ ਇੰਪੈਕਟ ਜਿਹੜਾ ਵਾ ਜ਼ਰੂਰ ਰੱਖੇਗੀ। ਆਮ ਤੌਰ ਦੇ ਉੱਤੇ ਇਹ ਸਟੇਟ ਆਫ ਮਾਇੰਡ ਥੀਟਾ ਸਟੇਟ ਆਫ ਮਾਇੰਡ ਹੁੰਦੀ ਹੈ ਜਦੋਂ ਸਬਕੌਨਸ਼ੀਅਸ ਮਾਇੰਡ ਬਹੁਤ ਜ਼ਿਆਦਾ ਰਿਸੈਪਟਿਵ ਹੁੰਦਾ ਅਤੇ ਉਹ ਦਿਨ ਦੇ ਵਿੱਚ ਦੋ ਟਾਈਮ ਹੈ, ਮੋਰਨਿੰਗ ਐਂਡ ਜਦੋਂ ਆਪਾਂ ਉੱਠਦੇ ਹਾਂ ਅਤੇ ਜਦੋਂ ਅਸੀਂ ਸੌਂਦੇ ਹਾਂ। ਬਟ ਇਹ ਮੈਡੀਟੇਟਿਵ ਸਟੇਟ ਹੈ, ਇਹ ਕਿਸੇ ਟਾਈਮ ਵੀ ਹੋ ਸਕਦੀ ਹੈ, ਕਿਸੇ ਟਾਈਮ ਵੀ ਸਾਡਾ ਸਬਕੌਨਸ਼ੀਅਸ ਮਾਇੰਡ ਜਿਹੜਾ ਬਹੁਤ ਜ਼ਿਆਦਾ ਰਿਸੈਪਟਿਵ ਹੁੰਦਾ। ਅਤੇ ਜਦੋਂ ਅਸੀਂ ਇਹ ਗੱਲਾਂ ਬਾਰ-ਬਾਰ ਬੱਚੇ ਨੂੰ ਕਹਾਂਗੇ ਵੀ ਤੂੰ ਨਿਕੰਮਾ ਆ, ਤੂੰ ਮੰਦਬੁੱਧੀ ਆ, ਤੈਨੂੰ ਆਉਂਦਾ ਨਹੀਂ ਕੁਛ, ਤੇਰਾ ਦਿਮਾਗ ਮੋਟਾ ਆ, ਅਤੇ ਕੋਈ ਪਤਾ ਨਹੀਂ ਕਿ ਇਹ ਗੱਲਾਂ ਕਿਹੜੇ ਟਾਈਮ ਦੇ ਉੱਤੇ ਘਰ ਕਰ ਜਾਣ। ਅਤੇ ਇਹਦੇ ਵਿੱਚ ਇੱਕ ਬੜੀ ਵਧੀਆ ਇੰਗਲਿਸ਼ ਦੇ ਵਿੱਚ ਸੇਇੰਗ ਹੈ ਕਿ ਵਾਚ ਯੂਰ ਥਾਟਸ ਇਟ ਬਿਕਮਸ ਯੂਰ ਵਰਡਸ, ਵਾਚ ਯੂਰ ਵਰਡਸ it becomes your action, watch your actions, it becomes your character, watch your character, it will become your attitude, watch your attitude, it will define the altitude of your success. So just imagine ਕਿ ਇੱਕ ਗੱਲ ਜਿਹੜੀ ਸਿਰਫ ਸ਼ਬਦ ਤੋਂ ਸ਼ੁਰੂ ਹੁੰਦੀ ਹੋਈ ਹੈ ਅਤੇ ਉਹ ਫਿਰ ਵਿਚਾਰ ਬਣੇ ਅਤੇ ਵਿਚਾਰ ਦੇ ਨਾਲ ਫਿਰ ਉਹ ਕਿੱਥੋਂ ਤੱਕ ਜਾ ਸਕਦੀ ਹੈ। ਅਤੇ ਇਸੇ ਤਰੀਕੇ ਦੇ ਨਾਲ ਹੀ ਇੱਕ ਮੈਰੀਸਾ ਪੀਅਰ ਵਨ ਆਫ ਦਾ ਫੇਮਸ ਸਾਈਕੋਲੋਜਿਸਟ ਜਿਹੜੀ ਹੈ ਇੰਗਲੈਂਡ ਦੀ ਹੈਗੀ ਹੈ, ਉਸਨੇ ਆਪਣੀ ਇੱਕ ਬੁੱਕ ਦੇ ਵਿੱਚ ਲਿਖਿਆ ਸੀਗਾ ਕਿ ਜਦੋਂ ਵੀ ਮੇਰੀ ਬੱਚੀ ਜਿਹੜੀ ਆ ਉਹ ਸਕੂਲ ਤੋਂ ਮੰਨ ਲਓ ਬੱਸ ਦੇ ਵਿੱਚ ਜਾਣ ਲੱਗਿਆ ਕੁਛ ਭੁੱਲ ਜਾਂਦੀ ਸੀ ਘਰ, ਅਤੇ ਮੈਂ ਕਦੀ ਉਸ ਨੂੰ ਇਹ ਨਹੀਂ ਕਿਹਾ ਕਿ ਤੈਨੂੰ ਅੱਜ ਫੇਰ ਯਾਦ ਭੁੱਲ ਗਿਆ, ਤੈਨੂੰ ਅੱਜ ਫੇਰ ਚੇਤਾ ਭੁੱਲ ਗਿਆ ਆਪਣੇ ਟਿਫਨ ਦਾ ਜਾਂ ਆਪਣੇ ਪੈਨਸਿਲ ਦਾ। ਅਤੇ ਉਲਟਾ ਸਗੋਂ ਮੈਂ ਇਹ ਕਹਿੰਦੀ ਸੀਗੀ ਕਿ ਉਹ ਦੈਟਸ ਗ੍ਰੇਟ ਕਿ ਤੈਨੂੰ ਜਾਣ ਤੋਂ ਪਹਿਲਾਂ ਕੋਈ ਚੀਜ਼ ਜਿਹੜੀ ਹੈ ਯਾਦ ਆ ਗਈ, ਤੋ ਯੂ ਹੈਵ ਅ ਗੁੱਡ ਮੈਮਰੀ। ਸੋ ਨਾਓ ਇਹਦੇ ਵਿੱਚ ਹੁਣ ਸਾਡੇ ਕੋਲ ਦੋ ਆਪਸ਼ਨਸ ਨੇ। ਇੱਕ ਆਪਸ਼ਨ ਹੈ ਕਿ ਆਪਾਂ ਕਹਿ ਰਹੇ ਹਾਂ ਕਿ ਤੈਨੂੰ ਯਾਦ ਭੁੱਲ ਗਿਆ, ਰਾਈਟ। ਸੋ ਆਪਾਂ ਕਿਤੇ ਨਾ ਕਿਤੇ ਇੰਡੀਕੇਟ ਕਰਨੇ ਹਾਂ ਕਿ ਤੇਰੀ ਮੈਮਰੀ ਵੀਕ ਹੈ, ਰਾਈਟ। ਬਟ ਔਨ ਦਾ ਅਦਰ ਹੈਂਡ ਆਪਾਂ ਇਹ ਮੈਸੇਜ ਜਿਹੜਾ ਵਾ ਰਿਲੇ ਕਰ ਰਹੇ ਹਾਂ ਕਿ ਦੈਟਸ ਗ੍ਰੇਟ ਕਿ ਤੈਨੂੰ ਯਾਦ ਆ ਗਿਆ। ਸੋ ਇਹ ਉਹਦੀ ਲੌਂਗ ਟਰਮ ਮੈਮਰੀ ਬਣੇਗੀ। ਅਤੇ ਜਦੋਂ ਵੀ ਇਨ ਫਿਊਚਰ ਜਦੋਂ ਉਸਨੂੰ ਕੋਈ ਬੱਚਾ ਇਹ ਕਹੇਗਾ ਕਿ ਹਾਂ ਤੇਰਾ ਦਿਮਾਗ ਮੋਟਾ ਆਇਆ ਜਾਂ ਤੈਨੂੰ ਯਾਦ ਨਹੀਂ ਆਇਆ, ਅਤੇ ਉਹ ਜਿਹੜੇ ਉਹਦੇ ਬਚਪਨ ਦੇ ਜਿਹੜੀਆਂ ਉਹਦੀਆਂ ਈਵੈਂਟਸ ਆ ਉਹਨੂੰ ਇੰਨਾ ਇੰਪੈਕਟ ਨਹੀਂ ਕਰੇਗਾ। ਰੀਜ਼ਨ ਬੀਂਗ ਕਿ ਉਹਨੂੰ ਆਪਾਂ ਫੀਡ ਕਰ ਰਹੇ ਹਾਂ ਕਿ ਯੂ ਹੈਵ ਅ ਗੁੱਡ ਮੈਮਰੀ, ਕਿ ਤੈਨੂੰ ਯਾਦ ਆ ਜਾਏਗਾ। ਡਜ਼ਨਟ ਰੀਅਲੀ ਮੈਟਰ ਕਿ ਕਿਤੇ ਭੁੱਲ ਵੀ ਗਿਆ ਅਤੇ ਇਟ ਹਾਰਡਲੀ ਮੈਟਰਸ। ਅਤੇ ਇਹਦੇ ਵਿੱਚ ਇੱਕ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗਾ। ਮੈਂ ਉਸ ਆਰਟਿਸਟ ਦਾ ਨਾਮ ਨਹੀਂ ਲੈਣਾ ਚਾਹੁੰਦਾ, ਮੈਂ ਉਹਨੂੰ ਡੀਫੇਮ ਨਹੀਂ ਕਰਨਾ ਚਾਹੁੰਦਾ,
ਬਟ ਉਹਦੇ ਉੱਤੇ ਸਟੱਡੀ ਹੋਈ ਹੈ। ਉਹ ਆਸਟ੍ਰੇਲੀਆ ਦਾ ਇੱਕ ਬੜਾ ਤਗੜਾ ਪਿਆਨਿਸਟ ਮੰਨਿਆ ਗਿਆ, ਅਤੇ ਉਹਦੇ ਫਾਦਰ ਜਿਹੜੇ ਸੀਗੇ ਉਹ ਹੋਲੋਕਾਸਟ ਦੇ ਜਿਹੜੇ ਸੀਗੇ ਸਰਵਾਈਵਲ ਸੀਗੇ, ਲਾਈਕ ਕਿ ਵਾਰ ਸਰਵਾਈਵਲ ਸੀਗੇ। ਅਤੇ ਉਹ ਆਪਣੇ ਬੱਚੇ ਨੂੰ ਇਹੋ ਫੀਡ ਕਰਦੇ ਸੀਗੇ ਕਿ ਤੂੰ ਪਿਆਨਿਸਟ ਨਾ ਬਣ, ਤੂੰ ਦੁਨੀਆ ਚੰਗੀ ਨਹੀਂ ਹੈਗੀ, ਦੁਨੀਆ ਮਾੜੀ ਹੈ। ਜਦੋਂ ਬੈਠਣਾ ਇਹੋ ਗੱਲਾਂ ਕਰਨੀਆਂ ਕਿ ਦੁਨੀਆ ਮਾੜੀ ਹੈ, ਦੁਨੀਆ ਮਾੜੀ ਹੈ। ਅਤੇ ਜਦੋਂ ਵੀ ਉਹ ਬੱਚਾ ਜਿਹੜਾ ਸੀ ਉਹ ਪਰਫੋਰਮ ਕਰਦਾ ਸੀਗਾ, ਪਿਆਨਿਸਟ ਬਣਿਆ, ਉਹ ਪੇਰੈਂਟਸ ਦੀ ਵਿਸ਼ ਦੇ ਅਗੇਂਸਟ ਉਹ ਪਿਆਨਿਸਟ ਬਣਿਆ, ਬੜਾ ਨਾਮ ਹੋਇਆ। ਉਹਦੇ ਉੱਤੇ ਇੱਕ ਮੂਵੀ ਵੀ ਬਣੀ ਹੈ ਮੁੜ ਕੇ। ਅਤੇ ਬਟ ਇੱਕ ਰਿਸਰਚਰ ਨੇ ਮੁੜ ਕੇ ਇਹ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਦੋਂ ਬੰਦਾ ਥੋੜ੍ਹੇ ਬੰਦਿਆਂ 'ਚ ਪਰਫੋਰਮ ਕਰਦਾ ਆ ਅਤੇ ਉਦੋਂ ਇਹਦਾ ਜਿਹੜਾ ਪਰਫੋਰਮੈਂਸ ਆ ਉਹ ਠੀਕ ਰਹਿੰਦੀ ਆ, ਪਰ ਜਦੋਂ ਵੀ ਇਹ ਵੱਡੀ ਆਡੀਅੰਸ ਦੇ ਵਿੱਚ ਪਰਫੋਰਮ ਕਰਦਾ ਆ ਅਤੇ ਉਸ ਤੋਂ ਬਾਅਦ ਇਹਦੇ ਜਿਹੜਾ ਇਹਨੂੰ ਪੈਨਿਕ ਅਟੈਕਸ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ। ਇਹਦਾ ਰੀਜ਼ਨ ਕੀ ਆ? ਉਹ ਜਦੋਂ ਸਾਈਕੋਲੋਜਿਸਟ ਨੇ ਉਹਨੂੰ ਸਟੱਡੀ ਕੀਤਾ, ਉਹਨੂੰ ਪੜ੍ਹਿਆ, ਅਤੇ ਦੇ ਕੇਮ ਆਊਟ ਵਿਦ ਦਿਸ ਸਟੇਟਮੈਂਟ ਕਿ ਇਹ ਬੱਚੇ ਦੇ ਮਨ ਦੇ ਵਿੱਚ ਕੁਛ ਨਾ ਕੁਛ ਜਿਹੜਾ ਆ ਵਹਿਮ ਭਰਿਆ ਹੋਇਆ। ਅਤੇ ਉਹਨਾਂ ਨੇ ਇਹ ਫਾਈਂਡ ਆਊਟ ਕੀਤਾ ਕਿ ਜਦੋਂ ਤਾਂ ਥੋੜ੍ਹੀ ਆਡੀਅੰਸ ਹੈ, ਇਹਦਾ ਮਤਲਬ ਹੈ ਕਿ ਅਸੀਂ ਫੈਮਿਲੀ ਗੈਦਰਿੰਗਸ ਦੇ ਵਿੱਚ ਬੈਠੇ ਹਾਂ, ਅਸੀਂ ਪਰਿਵਾਰ ਦੇ ਵਿੱਚ ਬੈਠੇ ਹਾਂ, ਅਤੇ ਉਹਦਾ ਇੰਪੈਕਟ ਇੰਨਾ ਨਹੀਂ ਸੀ ਹੈਗਾ। ਬਟ ਜਦੋਂ ਵੀ ਉਹ ਪਰਫੋਰਮੈਂਸ ਜਿਹੜੀ ਸੀਗੀ ਵੱਡੇ ਆਡੀਟੋਰੀਅਮ ਦੇ ਵਿੱਚ ਸੀਗੀ ਜਾਂ ਬਹੁਤ ਜ਼ਿਆਦਾ ਜਾਣਿਆਂ ਦੇ ਵਿੱਚ ਸੀਗੀ, 2000 3000, ਅਤੇ ਉਹ ਜਿਹੜਾ ਉਹ ਗੈਦਰਿੰਗ ਸੀਗੀ ਉਹ ਦੁਨੀਆ ਵਾਂਗੂ ਲੱਗਦੀ ਸੀਗੀ ਉਹਨੂੰ। ਅਤੇ ਜਦੋਂ ਵੀ ਉਸਨੂੰ ਉਹਨੂੰ ਫੇਸ ਕਰਦਾ ਸੀਗਾ ਅਤੇ ਉਹ ਪੁਰਾਣੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਪਾਈਲ ਅਪ ਹੁੰਦੀਆਂ ਸੀਗੀਆਂ ਅਤੇ ਉਹ ਬਾਹਰ ਆਉਂਦੀਆਂ ਸੀਗੀਆਂ, ਅਤੇ ਉਸਨੂੰ ਪੈਨਿਕ ਅਟੈਕ ਆਉਣੇ ਸ਼ੁਰੂ ਹੋ ਜਾਂਦੇ ਸੀਗੇ। ਅਤੇ ਇਹੋ ਰੀਜ਼ਨ ਰਿਹਾ ਕਿ ਉਹਦਾ ਜਿਹੜਾ ਲਾਸਟ ਜਿਹੜਾ ਉਹਦਾ ਕਰੀਅਰ ਸੀਗਾ, ਲਾਸਟ ਟਾਈਮ ਸੀਗਾ ਕਰੀਅਰ ਦਾ, ਉਹਦੇ ਵਿੱਚ ਬੰਦਾ ਉਹ ਆਪਟੀਮਮ ਲੈਵਲ ਦੇ ਉੱਤੇ ਪਰਫੋਰਮ ਨਹੀਂ ਕਰ ਪਾਇਆ। ਹਾਲਾਂਕਿ ਉਹ ਆਸਕਰ ਦੇ ਵਿੱਚ ਉਸਨੇ ਪਰਫੋਰਮੈਂਸ ਦਿੱਤੀ ਹੈ, ਬਟ ਉਹਦੇ ਵਿੱਚ ਵੀ ਉਹਦਾ ਹਾਲ ਦੇਖਣ ਵਾਲਾ ਸੀਗਾ। ਵੀ ਕੈਨ ਸੀ ਫਰੋਮ ਹਿਜ਼ ਅਪੀਅਰੈਂਸ ਕਿ ਉਹ ਬੰਦਾ ਕਿੰਨਾ ਕੁ ਸਟਰਗਲ ਕਰ ਰਿਹਾ ਇਸ ਟਾਈਮ ਸਾਈਕੋਲੋਜੀਕਲੀ। ਸੋ ਦਿਸ ਇਜ਼ ਵਾਟ ਇੰਪੈਕਟ ਦੈਟ ਆਵਰ ਵਰਡਸ ਕੈਨ ਹੈਵ ਔਨ ਆਵਰ ਕਿਡਸ। ਅਤੇ ਉਸੇ ਤਰੀਕੇ ਦੇ ਨਾਲ ਬੜੇ ਸਾਡੇ ਕੋਲ ਇੱਦਾਂ ਦੇ ਸਾਇੰਟਿਸਟ ਨੇ, ਬੜੇ ਇੱਦਾਂ ਦੇ ਰੈਵੋਲਿਊਸ਼ਨਰੀਜ਼ ਹੋਏ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਅੱਗੇ ਜਾ ਕੇ ਕਰਾਂਗਾ, ਜਿਨ੍ਹਾਂ ਦਾ ਬਚਪਨ ਜਿਹੜਾ ਸੀਗਾ ਬਹੁਤ ਜ਼ਿਆਦਾ ਸਟਰਗਲ ਰਿਹਾ, ਰਾਈਟ। ਉਹਨਾਂ ਦੇ ਪੇਰੈਂਟਸ ਨੇ ਇਹ ਕਹਿਣਾ ਸ਼ੁਰੂ ਕਰਤਾ, ਜਾਂ ਹੈ ਨਾ ਉਹਨਾਂ ਦੇ ਪ੍ਰਿੰਸੀਪਲਸ ਨੇ ਜਾਂ ਉਹਨਾਂ ਦੇ ਟੀਚਰਸ ਨੇ ਕਿ ਤੇਰਾ ਦਿਮਾਗ ਮੋਟਾ ਆ, ਤੂੰ ਮੰਦਬੁੱਧੀ ਆ। ਸੋ ਇਹਦੇ ਵਿੱਚ ਇੱਕ ਗੱਲ ਮੈਨੂੰ ਆਪਣੀ ਸਮਝ ਦੇ ਵਿੱਚ ਨਹੀਂ ਆਉਂਦੀ ਕਿ ਆਪਾਂ ਕਿੱਦਾਂ ਜੱਜ ਕਰ ਸਕਦੇ ਹਾਂ। ਹੁਣ ਇੱਕ ਜਿਹੜੀ ਮਾਂ ਆ, ਇੱਕ ਮੇਰੀ ਭੈਣ ਆ, ਉਹ ਆਪਣੇ ਬੱਚੇ ਨੂੰ ਇਹ ਕਹਿ ਰਹੀ ਹੈ ਕਿ ਤੇਰਾ ਦਿਮਾਗ ਮੋਟਾ ਆ, ਪਰ ਜੇ ਉਸੇ ਮਾਂ ਨੂੰ ਮੈਂ ਪੁੱਛਾਂ ਵੀ ਪ੍ਰੀਫਰੰਟਲ ਕਾਰਟੈਕਸ ਕੀ ਹੁੰਦਾ ਆ, ਹਿਪੋਕੈਂਪਸ ਕੀ ਹੁੰਦਾ ਆ, ਮਾਈਲਿਨ ਕੀ ਹੁੰਦਾ ਆ, ਰਾਈਟ ਹੈਮਿਸਫੇਅਰ ਲੈਫਟ ਹੈਮਿਸਫੇਅਰ ਕੀ ਹੁੰਦਾ ਆ, ਅਤੇ ਉਹ ਸ਼ਾਇਦ ਇਹਨਾਂ ਚੀਜ਼ਾਂ ਦਾ ਜਵਾਬ ਨਾ ਦੇ ਪਾਏ, ਪਰ ਉਹਨੂੰ ਇਹ ਜ਼ਰੂਰ ਪਤਾ ਹੈ ਕਿ ਇਹ ਚੀਜ਼ ਚੱਲਦੀ ਸਹੀ ਨਹੀਂ। ਇਹਦਾ ਇਹੋ ਸੇਮ ਐਗਜ਼ਾਮਪਲ ਹੈ ਕਿ ਮੈਨੂੰ V6 V8 ਇੰਜਨ ਦਾ, ਟਰਬੋ ਇੰਜਨਸ ਦਾ, ਸਟੀਮ ਇੰਜਨ ਦਾ, 4 ਸਟ੍ਰੋਕ ਇੰਜਨ ਦਾ ਪਤਾ ਨਹੀਂ ਹੈਗਾ ਬਿਲਕੁਲ ਵੀ ਉਹ ਆਪਰੇਟ ਕਿੱਦਾਂ ਕਰ ਰਹੇ ਨੇ, ਬਟ ਮੈਨੂੰ ਇੰਨਾ ਪਤਾ ਕਿ ਇਹ ਸਹੀ ਨਹੀਂ ਹੈਗਾ ਮੇਰੇ ਲਈ। ਸੋ ਹਾਊ ਇਟ ਇਜ਼ ਪੋਸੀਬਲ ਟੂ ਪਾਸ ਆਵਰ ਸਟੇਟਮੈਂਟ ਔਨ ਲੇਮਨ ਗਰਾਊਂਡਸ। ਸੋ ਦਿਸ ਇਜ਼ ਨਾਟ ਅਸੈਪਟੇਬਲ ਐਟ ਆਲ। ਸੋ ਸਾਡੇ ਘਰਾਂ ਦੇ ਵਿੱਚ ਮੈਂ ਇਹ ਕਹਿੰਦਾ ਕਿ ਪੋਸੀਬਿਲਿਟੀਜ਼ ਬੈਠੀਆਂ ਨੇ। ਸਾਡੇ ਬੱਚੇ ਜਿਹੜੇ ਆ ਉਹ ਪੋਸੀਬਿਲਿਟੀ ਹੈ, ਉਹ ਦੇ ਹੈਵ ਦ ਐਬਿਲਿਟੀਜ਼ ਟੂ ਬੀ ਐਨੀਥਿੰਗ ਇਨ ਦ ਵਰਲਡ, ਨਾਟ ਐਵਰੀਥਿੰਗ ਬਟ ਐਨੀਥਿੰਗ ਇਨ ਦ ਵਰਲਡ। ਸੋ ਜੇ ਆਪਾਂ ਉਹਨਾਂ ਨੂੰ ਡਿਸਕਰੇਜ ਕਰਾਂਗੇ, ਜੇ ਉਹਨਾਂ ਨੂੰ ਆਪਾਂ ਫੀਡ ਕਰਾਂਗੇ, ਮਾੜੀਆਂ ਗੱਲਾਂ ਫੀਡ ਕਰਾਂਗੇ ਕਿ ਤੂੰ ਵਧੀਆ ਨਹੀਂ ਹੈਗਾ, ਹਾਂ ਕਹਿਣਾ ਚਾਹੀਦਾ, ਕੁੱਟਣਾ ਮਾਰਨਾ ਵੀ ਚਾਹੀਦਾ ਜਿੰਨਾ ਕੁ ਸਾਨੂੰ ਲਾਅ ਪਰਮਿਸ਼ਨ ਦਿੰਦਾ ਉਸ ਹੱਦ ਤੱਕ, ਬਟ ਸਾਨੂੰ ਇਹ ਨੈਗੇਟਿਵ ਫੀਡਸ ਜਿਹੜੀਆਂ ਵਾ ਆਪਾਂ ਬੰਦ ਕਰ ਸਕਦੇ ਹਾਂ, ਅਤੇ ਉਸ ਦੇ ਨਾਲ ਹੀ ਉਹਨਾਂ ਦੀ ਜਿਹੜਾ ਬਿਹੇਵੀਅਰ ਆ ਉਹ ਸ਼ੇਪ ਹੋਣਾ ਜਿਹੜਾ ਵਾ ਸ਼ੁਰੂ ਹੋ ਜਾਏਗਾ। ਸੋ ਇਹੋ ਮੇਰੀ ਰਿਕੁਐਸਟ ਹੈ ਕਿ ਜਦੋਂ ਵੀ ਕੋਈ ਬੱਚਾ ਅੱਛਾ ਪਰਫੋਰਮ ਨਾ ਕਰੇ ਅਤੇ ਆਪਾਂ ਇਹ ਵਾਲੇ ਸ਼ਬਦ ਜਿਹੜੇ ਆ ਉਹ ਨਾ ਯੂਜ਼ ਕਰੀਏ, ਸਗੋਂ ਕਿ ਆਪਾਂ ਇਸ ਤੋਂ ਇਲਾਵਾ ਆਪਣੀਆਂ ਆਪਸ਼ਨਸ ਦੇਖੀਏ ਕਿ ਆਪਾਂ ਇਸ ਨੂੰ ਹੋਰ ਬੈਟਰ ਕਿੱਦਾਂ ਕਰ ਸਕਦੇ ਹਾਂ, ਕਿਉਂਕਿ ਹਰ ਬੱਚੇ ਦੀ ਜਿਹੜੀ ਮੈਮਰੀ ਹੈ ਉਹ ਅਲੱਗ ਤਰੀਕੇ ਦੇ ਨਾਲ ਕੰਮ ਕਰਦੀ ਹੈ, ਅਤੇ ਆਪਾਂ ਆਪਣਾ ਕੰਮ ਨਹੀਂ ਵਧਾਉਣਾ ਚਾਹੁੰਦੇ,
ਆਪਾਂ ਆਪ ਨਹੀਂ ਪੜ੍ਹਨਾ ਚਾਹੁੰਦੇ ਕਿ ਲਰਨਿੰਗ ਕਿਸ ਤਰੀਕੇ ਦੀ ਹੁੰਦੀ ਹੈ, ਮੈਮਰੀ ਕਿੱਦਾਂ ਕੰਮ ਕਰਦੀ ਹੈ। ਕੁਛ ਬੱਚੇ ਜਿਹੜੇ ਜਿਨ੍ਹਾਂ ਦੀ ਫੋਟੋਜੈਨਿਕ ਮੈਮਰੀ ਹੁੰਦੀ ਹੈ, ਕਈਆਂ ਦੀ ਰਿਟੈਂਸ਼ਨ ਅੱਛੀ ਹੁੰਦੀ ਹੈ। ਸੋ ਮੇਰਾ ਬੱਚਾ ਜਿਹੜਾ ਆ ਉਹ ਕਿਸ ਕੈਟੇਗਰੀ ਨੂੰ ਬਿਲੋਂਗ ਕਰਦਾ ਆ, ਅਤੇ ਉਸ ਕੈਟੇਗਰੀ ਦੇ ਵਿੱਚ ਮੈਂ ਉਸ ਨੂੰ ਕਿਸ ਤਰੀਕਾ ਟੂਲਸ ਦੇ ਸਕਦਾ ਹਾਂ ਕਿ ਉਹ ਆਪਣੀ ਪਰਫੋਰਮੈਂਸ ਜਿਹੜੀ ਆ ਉਹ ਅੱਛੀ ਕਰ ਪਾਏ। ਰਾਈਟ, ਆਪਣਾ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ, ਬਟ ਉਲਟਾ ਅਸੀਂ ਇੱਕ ਜੱਜਮੈਂਟ ਪਾਸ ਕਰਨਾ ਚਾਹੁੰਦੇ ਹਾਂ ਕਿ ਯੂ ਆਰ ਏ ਬੈਡ ਕਿਡ, ਯੂ ਡੋਂਟ ਨੋ ਨਥਿੰਗ ਅਬਾਊਟ ਲਰਨਿੰਗ। ਸੋ instead of passing the judgment, it's better to find out in which category my kid lies, and then accordingly I can draft some learning process for my kid, and then slowly I can help him. So ਆਪਾਂ ਇੱਕ ਗਾਈਡ ਹੈ ਉਹਨਾਂ ਦੇ, ਆਪਾਂ ਉਹਨਾਂ ਲਈ ਰੱਬ ਨਹੀਂ ਹੈਗੇ ਅਤੇ ਨਾ ਹੀ ਅਸੀਂ ਬਣਨ ਦੀ ਕੋਸ਼ਿਸ਼ ਕਰੀਏ, ਅਸੀਂ ਸਿਰਫ ਗਾਈਡ ਹਾਂ। ਅਤੇ ਜੇ ਆਪਾਂ ਨੂੰ ਗਾਈਡ ਹੀ ਕਰ ਪਾਈਏ, ਉਹਨਾਂ ਨੂੰ ਮੈਂਟਰ ਕਰ ਪਾਈਏ ਅੱਛੇ ਤਰੀਕੇ ਦੇ ਨਾਲ, ਅਤੇ ਸ਼ਾਇਦ ਉਹ ਜਿਹੜੀ ਪੋਸੀਬਿਲਿਟੀ ਹੈ ਘਰਾਂ ਦੇ ਵਿੱਚ ਬੈਠੀ, ਚਾਹੇ ਲੜਕਾ ਹੈ ਚਾਹੇ ਲੜਕੀ ਹੈ, ਉਹ ਇੱਕ ਪੋਸੀਬਿਲਿਟੀ ਜਿਹੜੀ ਆ ਉਹ ਰਿਐਲਿਟੀ ਦੇ ਵਿੱਚ ਤਬਦੀਲ ਹੋ ਸਕਦੇ ਆ। ਸੋ ਇਹੋ ਹੀ ਮੇਰੀ ਰਿਕੁਐਸਟ ਹੈ, ਅਤੇ ਇਹਨਾਂ ਚੀਜ਼ਾਂ ਨੂੰ ਹੀ ਅੱਗੇ ਮੈਂ ਕੁਛ ਸ਼ਬਦਾਂ ਦੇ ਨਾਲ ਰਿਲੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਉਣਗੇ ਉਹ, ਅਤੇ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਜੇ ਆਪਣੇ ਬੱਚਿਆਂ ਨੂੰ ਫਾਇਦਾ ਦੇ ਸਕਦੇ ਹਾਂ ਅਤੇ ਸਾਨੂੰ ਜ਼ਰੂਰ ਦੇਣਾ ਚਾਹੀਦਾ ਹੈ। ਅਤੇ ਇਹੋ ਗੱਲ ਸੀਗੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ। ਧੰਨਵਾਦ, ਸਤਿ ਸ਼੍ਰੀ ਅਕਾਲ। ਨਾ ਫਿਟਕਾਰ ਇਹਨਾਂ ਬੱਚਿਆਂ ਨੂੰ, ਇਹਨਾਂ ਵਿੱਚ ਬਰੂਦ ਬਥੇਰਾ ਹੈ, ਨਿਕੰਮਾ ਕਹਿ ਕੇ ਕੁੱਟਦਾ ਇਸ ਨੂੰ, ਇਹ ਜਾਇਆ ਤਾਂ ਤੇਰਾ ਹੈ। ਛੋਟੀ ਜਿੰਦ ਛੋਟੇ ਹੱਥ, ਅਜੇ ਛੋਟੇ ਜਿਹੇ ਕਿਰਦਾਰ ਇਹਦੇ, ਜੇ ਟਿਕਾਣੇ ਲੱਗ ਗਈ ਪਰਵਰਿਸ਼, ਦਿਸੂ ਨਲਵਾ ਵਿੱਚ ਸਰਦਾਰ ਕਦੇ। ਦਬਕਾ ਮਾਰ ਡਰਾਵੇਂ ਇਸ ਨੂੰ, ਤੇਰੀ ਆਪਣੀ ਕੀ ਔਕਾਤ ਪਿਤਾ, ਚਾਰ ਛਿੱਲੜ ਜੇ ਜੋੜੇ ਤੂੰ, ਦੱਸ ਕਿਸ ਮਿਸਲ ਦਾ ਸਰਦਾਰ ਪਿਤਾ। ਕਹਿ ਮੰਦ ਬੁੱਧ ਇਸ ਨੂੰ, ਤੂੰ ਕੁਦਰਤ 'ਤੇ ਉਂਗਲੀ ਚੁੱਕ ਦਿੱਤੀ, ਜਿਸ ਮਿੱਟੀ ਤੋਂ ਇਹ ਬੀਜ ਹੋਇਆ, ਉਸੇ ਬੀਜ 'ਤੇ ਮਿੱਟੀ ਸੁੱਟ ਦਿੱਤੀ। ਰਾਈਟ ਬ੍ਰਦਰਸ ਜਿਨ੍ਹਾਂ ਜਹਾਜ਼ ਬਣਾਇਆ, ਕੁਝ ਜ਼ਿਆਦਾ ਤਕਨੀਕੀ ਸਿੱਖਿਆ ਨਹੀਂ ਸੀ ਲਿੱਤੀ, ਉਹਨਾਂ ਦੇ ਕੰਪੀਟੀਟਰਾਂ ਨੂੰ ਸਰਕਾਰਾਂ ਮਾਲੀ ਸਹਾਇਤਾ ਵੀ ਸੀ ਦਿੱਤੀ, ਪਰ ਅਖੀਰ ਭਰਾਵਾਂ ਨੇ ਬੰਨ੍ਹ ਪਾਣੀ ਨੂੰ ਲਾਤਾ, ਜਿਨ੍ਹਾਂ 'ਤੇ ਹੱਸਦੀ ਸੀ ਸਰਕਾਰ, ਉਹਨਾਂ ਮੂਰਖਾਂ ਜਹਾਜ਼ ਅਸਮਾਨ ਚੜ੍ਹਾਤਾ। ਨਿਊਟਨ ਕੱਢਿਆ ਸੀ ਸਕੂਲੋਂ, ਕਹਿੰਦੇ ਇਹ ਮੰਦ ਬੁੱਧ ਹੈ, ਪੜ੍ਹਾਉਣਾ ਇਸ ਨੂੰ ਸਾਡੇ ਰੂਲਸ ਦੇ ਵਿਰੁੱਧ ਹੈ। ਉਸੇ ਦਿਮਾਗ ਤੋਂ ਪੈਦਲ ਨੇ ਫਿਰ ਅਜਿਹਾ ਸਿਸਟਮ ਬਣਾਤਾ, ਗ੍ਰੈਵੀਟੇਸ਼ਨਲ ਪੁੱਲ ਕੀ ਹੁੰਦਾ, ਦੁਨੀਆ ਨੂੰ ਸਮਝਾਤਾ। ਆਈਨਸਟਾਈਨ ਜਿਸ ਨੇ ਕਹਿੰਦੇ ਨਵੀਂ ਫਿਜ਼ਿਕਸ ਲਿਆਤੀ, ਥਿਊਰੀ ਆਫ ਰਿਲੇਟੀਵਿਟੀ ਨਾਲ ਦੁਨੀਆ ਸਭ ਹਿਲਾਤੀ। ਉਸੇ ਨੇ ਕਦੇ ਪਿਤਾ ਨੂੰ ਲਿਖੀ ਸੀ ਚਿੱਠੀ, ਪਿਤਾ ਜੀ ਮੈਂ ਨਿਕੰਮਾ ਹਾਂ, ਅਜੇ ਤੱਕ ਮੈਨੂੰ ਮਿਲੀ ਨਾ ਨੌਕਰੀ, ਬਾਪੂ ਜੀ ਮੈਂ ਕਿਉਂ ਜੰਮਾ ਹਾਂ। ਮਾਈਕਲ ਜਾਰਡਨ ਕੱਢਿਆ ਟੀਮ 'ਚੋਂ, ਅਬਰਾਹਮ ਲਿੰਕਨ ਇਲੈਕਸ਼ਨਸ ਹਾਰਿਆ ਸੀ, ਮਾਈਕ ਟਾਇਸਨ ਲੈਂਦਾ ਸੀ ਡਰੱਗਸ, ਕਿਉਂਕਿ ਵੱਡੇ ਮੁੰਡਿਆਂ ਕੁੱਟਿਆ ਮਾਰਿਆ ਸੀ। ਉਹੀ ਨਿਸ਼ਈ ਮੁੜ ਕੇ ਯੰਗੈਸਟ ਚੈਂਪੀਅਨ 20 ਦੀ ਉਮਰੇ ਬਣਿਆ, ਸਾਰੀ ਗੱਲ ਮੈਂਟਰਿੰਗ ਦੀ ਸੀ, ਉਸਦੇ ਕੋਚ ਕਸ ਡਮੈਟੋ ਇਹ ਤਾਣਾ ਬੁਣਿਆ। ਬੱਚਾ ਸੀ ਜਦੋਂ ਚੀਕ ਵਗੈਰਾ, ਅਸਥਮਾ ਕਰਕੇ ਸਾਹ ਮੁਸ਼ਕਿਲ ਨਾਲ ਆਉਂਦਾ ਸੀ, ਹਜੂਮ ਕੁੱਟਦਾ ਸੀ ਉਸਨੂੰ ਅਤੇ ਅੱਗੇ ਲਾ ਭਜਾਉਂਦਾ ਸੀ। ਉਹੀ ਗਵੈਰਾ ਫਿਰ ਰੈਵੋਲਿਊਸ਼ਨ ਦਾ ਚਿਹਰਾ ਬਣਿਆ, ਡਾਕਟਰੀ ਪ੍ਰੋਫੈਸ਼ਨ ਛੱਡ ਕੇ ਪਿਸਤੌਲ 'ਤੇ ਹੱਥ ਤਣਿਆ। ਅਸਤਮੇ ਦੇ ਮਰੀਜ਼ ਨੇ ਜੰਗਲਾਂ ਵਿੱਚ ਰੈਵੋਲਿਊਸ਼ਨਰੀਜ਼ ਨੂੰ ਗੁਰੀਲਾ ਯੁੱਧ ਸਿਖਾਇਆ ਸੀ, ਉਸੇ ਕਮਜ਼ੋਰ ਬੱਚੇ ਨੇ ਕਰਵਾ ਆਜ਼ਾਦ ਕਿਊਬਾ ਨੂੰ ਨਵਾਂ ਇਤਿਹਾਸ ਬਣਾਇਆ ਸੀ। ਮਸਤਾਨੇ ਕੀ ਗੁਮਾਨ ਉਮਰ ਦਾ ਕਰਨਾ,
ਇਹਨਾਂ ਬੱਚਿਆਂ ਵਿੱਚ ਵੀ ਸੋਝੀ ਹੈ, ਦੇਖਣ ਨੂੰ ਇਹ ਝੱਲੇ ਲੱਗਦੇ, ਪਰ ਅੰਦਰੋਂ ਪੂਰੇ ਖੋਜੀ ਹੈ। ਹੌਸਲੇ ਦੇ ਖੰਭ ਦੇ ਪਿਤਾ ਚੁੱਕ ਲੈਣਗੇ ਬਸਤਾ ਆਪੇ, ਚਲਾਉਣਗੇ ਦੁਨੀਆ ਨੂੰ ਅੱਗੇ ਲਾ ਕੇ, ਅੱਜ ਜੋ ਤੈਨੂੰ ਝੱਲਾ ਜਾਪੇ। ਧੰਨਵਾਦ ਜੀ।